ਡੀਅਰ ਸਟੂਡੈਂਟਸ, ਮੇਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਡੈਰੀਵੇਟਿਵ ਆਫ ਫੰਕਸ਼ਨਸ ਇਨ ਪੈਰਾਮੀਟਰਿਕ ਫਾਰਮ, ਸੈਕੰਡ ਆਰਡਰ ਡੈਰੀਵੇਟਿਵਸ ਐਂਡ ਮੀਨ ਵੈਲਿਊ ਥਿਓਰਮਸ ਨੂੰ ਡਿਸਕਸ ਕਰਾਂਗੇ। ਇਹ ਸਾਡਾ ਤੀਸਰਾ ਲੈਕਚਰ ਹੈ ਡਿਫਰੈਂਸ਼ੀਏਬਿਲਿਟੀ, ਕੰਟੀਨਿਊਟੀ ਐਂਡ ਡਿਫਰੈਂਸ਼ੀਏਬਿਲਿਟੀ ਚੈਪਟਰ ਦੇ ਰਿਗਾਰਡਿੰਗ। ਤੋ ਚਲੋ ਜੀ ਸ਼ੁਰੂ ਕਰਦੇ ਹਾਂ। ਸੋ ਅੱਜ ਦਾ ਜਿਹੜਾ ਸਭ ਤੋਂ ਸਾਡਾ ਪਹਿਲਾ ਟੌਪਿਕ ਹੈਗਾ ਡੈਰੀਵੇਟਿਵ ਆਫ ਫੰਕਸ਼ਨਸ ਇਨ ਪੈਰਾਮੀਟਰਿਕ ਫਾਰਮ। ਸੋ ਪੈਰਾਮੀਟਰਿਕ ਫਾਰਮ ਦੇ ਵਿੱਚ ਥੋੜ੍ਹਾ ਜਿਹਾ ਸਮਝ ਲਓ ਵੀ ਸਪੋਜ਼ ਕਰੋ ਵੀ ਤੁਹਾਡੇ ਕੋਲ ਇੱਕ ਫੰਕਸ਼ਨ ਦਿੱਤਾ ਪਿਆ y=f(x). ਸੋ ਕੀ ਹੁੰਦਾ ਵੀ ਸਾਨੂੰ x ਹੈ ਜਿਹੜਾ ਉਹ ਵੀ ਅੱਗੋਂ ਫੰਕਸ਼ਨ t ਦਾ ਮਿਲ ਜਾਂਦਾ ਅਤੇ ਜਿਹੜਾ y ਹੈ ਉਹ ਵੀ ਸਾਨੂੰ ਫੰਕਸ਼ਨ ਅੱਗੋਂ t ਦਾ ਮਿਲ ਜਾਂਦਾ। ਸੋ ਅਸੀਂ ਜਦੋਂ ਹੁਣ dy/dx ਫਾਈਂਡ ਆਊਟ ਕਰਨਾ ਤਾਂ ਸਾਨੂੰ ਪਹਿਲਾਂ ਇੱਥੇ dv/dt ਦੈਨ dx/dt ਦੋਨੋਂ ਸੋਲਵ ਕਰਨੇ ਪੈਣਗੇ। ਸੋ ਇਹਦੇ ਲਈ ਨੋਟੇਸ਼ਨ ਹੁੰਦੀ ਹੈ y' ਐਂਡ x'। ਸੋ ਕਈ ਵਾਰੀ ਨਾ ਇਕੁਏਸ਼ਨ ਸਿੰਗਲ ਪੈਰਾਮੀਟਰ 'ਚ ਹੁੰਦੀ ਹੈ। ਫਾਰ ਐਗਜ਼ਾਮਪਲ ਮੈਂ ਇਹਦਾ ਰਾਈਟ ਹੈਂਡਡ ਪੈਰਾਬੋਲਾ ਲੈ ਲੈਣਾ y² = 4ax। ਸੋ ਇਹਦੀ ਜਿਹੜੀ ਪੈਰਾਮੀਟਰ ਇਕੁਏਸ਼ਨਸ ਹੈ ਉਹ x ਨੂੰ ਤੁਸੀਂ ਲੈ ਲਓ at² ਤਾਂ ਦੈਨ y ਇੱਥੇ ਵੈਲਿਊ ਫਿਲ ਕਰੋਗੇ 2at। ਸੋ ਮੰਨ ਲਓ ਇੱਥੇ ਕੋਈ ਪੁਆਇੰਟ p=xy ਲਿਆ ਸੀ, ਤੁਹਾਨੂੰ ਅਸੀਂ p=t ਕੀਤਾ ਸੀ। ਕਹਿਣ ਦਾ ਮਤਲਬ ਕਿ ਵੀ ਇਸ p ਦੀ ਲੋਕੇਸ਼ਨ ਇੱਕ ਸਿੰਗਲ ਪੈਰਾਮੀਟਰ t ਨਾਲ ਅਸੀਂ ਡਿਸਕਰਾਈਬ ਕਰ ਰਹੇ ਸੀ। ਸੋ ਕਈ ਵਾਰ ਕੀ ਹੁੰਦਾ ਵੀ ਸਾਨੂੰ ਇਕੁਏਸ਼ਨਸ ਪੈਰਾਮੀਟਰ ਫਾਰਮ ਦੇ ਵਿੱਚ ਦਿੱਤੀਆਂ ਹੁੰਦੀਆਂ ਤਾਂ ਉਦੋਂ ਡੈਰੀਵੇਟਿਵ ਕਿਵੇਂ ਕੱਢਣਾ। ਸਪੋਜ਼ ਕਰੋ ਹੁਣ ਇੱਦਾਂ ਹੀ ਲੈ ਲਓ ਵੀ ਤੁਹਾਨੂੰ ਦਿੱਤਾ ਜੀ x=t² ਐਂਡ y=2t, ਇਹਦੀ ਵੈਲਿਊ 1 ਲੈ ਲਈ ਤਾਂ dv/dx ਫਾਈਂਡ ਆਊਟ ਕਰਨਾ। ਕੋਈ ਚੱਕਰ ਨਹੀਂ ਹੈਗਾ, ਪਹਿਲਾਂ ਤੁਸੀਂ dv/dt ਕੱਢ ਲਓ, dv/dt /dx/dt। ਸੋ what is dv/dt? that is 2 and what is dx/dt? that is 2t। ਸੋ 2 ਕੈਂਸਲ ਹੋ ਗਿਆ। ਸੋ ਤੁਹਾਡਾ ਆਨਸਰ ਆ ਗਿਆ 1/t। ਇਸੇ ਤਰ੍ਹਾਂ ਤੁਸੀਂ ਇਸੇ ਤਰ੍ਹਾਂ ਹੀ ਕਰ ਸਕਦੇ ਹੋ। ਤੁਸੀਂ ਕੋਈ ਵੀ ਕੁਐਸਚਨ ਜੇ ਆਊਗਾ ਤਾਂ ਆਪਾਂ ਦੇਖਦੇ ਹਾਂ ਐਕਸਰਸਾਈਜ਼ 5.6 ਦੇ ਵਿੱਚ ਇਸ ਟੌਪਿਕ ਨਾਲ ਰਿਲੇਟਡ ਕਿਹੋ ਜਿਹੇ ਕੁਐਸਚਨਸ ਨੇ। ਸੋ ਸਭ ਤੋਂ ਪਹਿਲਾ ਕੁਐਸਚਨ ਸਾਨੂੰ ਇੱਥੇ ਦਿੱਤਾ ਹੋਇਆ, ਫਿਰ ਵੀ dv/dx ਕਰਨਾ। ਸੋ ਤੁਸੀਂ x ਦੀ ਵੈਲਿਊ ਦੇਖੋ, ਜਸਟ ਮੋਮੈਂਟ ਜੀ। x ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਜੀ a cos θ ਅਤੇ y ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਜੀ a sin θ। ਸੋ dx/dθ ਉਹ ਕੀ ਹੋ ਗਿਆ ਜੀ -a sin θ। ਸੋ dv/dθ ਕਿਸ ਦੇ ਇਕੁਅਲ ਹੋ ਗਿਆ ਜੀ a cos θ। ਸੋ dv/dθ ਕਿਸ ਦੇ ਇਕੁਅਲ ਹੋ ਗਿਆ ਜੀ, dv/dx ਕਿਸ ਦੇ ਇਕੁਅਲ ਹੋ ਗਿਆ ਜੀ, ਉਹ ਹੋ ਗਿਆ ਜੀ dv/dθ /dx/dθ। ਸੋ ਵੈਲਿਊ ਫਿਲ ਕਰ ਦਿਓ ਜੀ -a sin θ, a cos θ, a ਕੈਂਸਲ ਹੋ ਗਿਆ, -tan θ। ਸੋ ਗੜਬੜ ਹੋ ਗਈ ਜੀ। dv/dθ ਦੀ ਵੈਲਿਊ ਹੈਗੀ ਹੈ ਉਹਦੀ ਵੈਲਿਊ ਹੈਗੀ ਹੈ ਜੀ a cos θ ਐਂਡ dx/dθ ਦੀ ਵੈਲਿਊ ਹੈਗੀ ਹੈ ਜੀ -a sin θ। ਸੋ ਆਹ ਕੈਂਸਲ ਹੋ ਗਿਆ ਜੀ -cot θ। ਸੋ ਤੁਹਾਡਾ ਆਨਸਰ ਦਿਸ ਵਨ। ਹਾਂਜੀ, ਨੈਕਸਟ ਕੁਐਸਚਨ 'ਤੇ ਆਓ ਜੀ। ਸੋ ਇੱਥੇ ਸ਼ੁਰੂ ਹੋ ਜਾਓ। dx/dθ ਉਹ ਤੁਹਾਡੇ ਕੋਲ ਹੋ ਗਿਆ ਜੀ a1 + sin θ ਦਾ ਡੈਰੀਵੇਟਿਵ cos θ ਆ ਗਿਆ ਜੀ। ਇਸੇ ਤਰ੍ਹਾਂ ਤੁਸੀਂ dv/dθ ਨੂੰ ਸੋਲਵ ਕੀਤਾ। ਸੋ ਇਹ ਬਾਹਰ ਆ ਗਿਆ ਜੀ ਅਤੇ ਇਹ ਹੋ ਗਿਆ ਜੀ 1 ਦਾ 0 ਹੋ ਗਿਆ, cos ਦਾ ਮਾਈਨਸ ਸਾਈਨ ਹੋ ਗਿਆ। ਤਾਂ ਸਾਡੇ ਕੋਲ ਹਾਂਜੀ ਆ ਗਿਆ ਸੀ। ਸੋ ਜਦੋਂ ਤੁਸੀਂ ਹੁਣ dv/dx ਸੋਲਵ ਕਰੋਗੇ ਸੋ dv/dθ ਲਓਗੇ ਉੱਪਰ dv/dθ ਅਤੇ ਡਿਵਾਈਡ ਕਰਾਂਗੇ ਆਪਾਂ ਕਿਸ ਨਾਲ dx/dθ ਨਾਲ। ਸੋ ਵਾਟ ਇਜ਼ dv/dθ? ਦੈਟ ਇਜ਼ a sin θ। ਤਾਂ ਆਹ ਸਾਡੇ ਕੋਲ ਕਿੰਨਾ ਹੋ ਗਿਆ ਜੀ a1 + cos θ। ਸੋ ਇਹ ਕੈਂਸਲ ਹੋ ਗਿਆ। ਸੋ ਸਾਡਾ ਆਨਸਰ ਆਉਣਾ ਚਾਹੀਦਾ ਸੀ sin θ 1 + cos θ।
ਪਰ ਇਹ ਆਪਸ਼ਨਾਂ 'ਚ ਨਹੀਂ ਹੈਗਾ। ਸੋ ਤੁਸੀਂ ਇਹਨੂੰ ਫਰਦਰ ਬ੍ਰੇਕ ਕਰੋ। ਇਹ ਹੋ ਗਿਆ ਜੀ 2 sin θ/2 cos θ/2 ਉੱਪਰ ਫਾਰਮੂਲਾ ਲਾਤਾ ਜੀ ਹਾਫ ਐਂਗਲ ਵਾਲਾ, ਅਤੇ ਆਹ ਬਣ ਗਿਆ ਜੀ ਤੁਹਾਡੇ ਕੋਲ 2 cos ਸਕੁਏਅਰ ਪਲੱਸ ਆ ਤਾਂ ਜੀ ਇਹ 1 + θ/2 ਹੋ ਗਿਆ ਜੀ। ਸੋ ਤੁਹਾਡਾ ਇਹ ਕੈਂਸਲ ਆਊਟ ਹੋ ਗਿਆ। ਸੋ ਇਹ ਕਿਹਦੇ ਇਕੁਅਲ ਹੋ ਗਿਆ ਜੀ, ਇਹ ਤੁਹਾਡਾ ਹੋ ਗਿਆ ਜੀ tan θ/2 ਜੀ। ਹਾਂਜੀ ਬਿਲਕੁਲ ਸਹੀ ਜੀ, ਇਹ tan θ/2 ਹੋ ਗਿਆ ਜੀ। ਸੋ ਇਹਦਾ ਪਹਿਲਾ ਆਨਸਰ ਆ ਗਿਆ ਜੀ। ਸੋ ਨੈਕਸਟ ਕੁਐਸਚਨ 'ਤੇ ਆਓਗੇ, ਇੱਥੇ ਹੀ ਚੱਕ ਲਓ dx/dt। ਸੋ ਇਹ ਹੋ ਗਿਆ ਜੀ 4at ਐਂਡ dv/dt ਕਿਸ ਦੇ ਇਕੁਅਲ ਹੋ ਗਿਆ ਜੀ, ਉਹ ਹੋ ਗਿਆ ਜੀ 4at³। ਸੋ dv/dx, ਪਹਿਲਾਂ dv/dt ਲਿਖ ਲਓ ਜੀ 4at³ ਐਂਡ dx/dt ਦੈਟ ਇਜ਼ 4at। ਸੋ ਆ ਕੈਂਸਲ ਹੋ ਗਿਆ ਜੀ, 4at ਕੈਂਸਲ ਹੋ ਗਿਆ। ਸੋ t²। ਸੋ ਤੁਹਾਡਾ ਆਨਸਰ ਕਿੰਨਾ ਆ ਗਿਆ ਜੀ A। ਨੈਕਸਟ ਦੇਖੋ ਜੀ dx/dt ਕੀ ਹੋ ਗਿਆ ਜੀ ਤੁਹਾਡੇ ਕੋਲ, dx/dt ਹੋ ਗਿਆ ਜੀ cos t ਐਂਡ ਵਾਟ ਇਜ਼ dv/dt, ਉਹ ਹੋ ਗਿਆ ਜੀ -sin 2t। ਉਸ ਤੋਂ ਬਾਅਦ 2t ਦਾ ਅੱਗੋਂ 2 ਹੋ ਗਿਆ ਸੀ। ਸੋ dv/dx ਕਿਸ ਦੀ ਇਕੁਅਲ ਸੀ, ਸਭ ਤੋਂ ਪਹਿਲਾਂ ਉੱਪਰ dv/dt ਦੀ ਵੈਲਿਊ ਦੈਟ ਇਜ਼ 2 sin 2t ਅਤੇ ਨੀਚੇ ਕਿੰਨਾ ਆ ਗਿਆ ਜੀ cos t। ਇਹਨੂੰ ਹੋਰ ਸਿੰਪਲੀਫਾਈ ਕਰੋ, sin 2 ਦਾ ਫਾਰਮੂਲਾ ਲਾਓ ਜੀ 2 sin a cos a। ਸੋ -4 sin t cos t ਅਤੇ ਨੀਚੇ ਕਿੰਨਾ ਸੀ cos t। ਸੋ ਆਹ cos t ਕੈਂਸਲ ਹੋ ਗਿਆ। ਪਿੱਛੇ ਤੁਹਾਡੇ ਕੋਲ ਕੀ ਰਹਿ ਗਿਆ -4 sin d, ਅਤੇ ਉਹ ਕਿੱਥੇ ਪਿਆ ਜੀ -4 sin d ਆ ਰਿਹਾ ਜੀ ਆਪਸ਼ਨ 1 ਦੇ ਵਿੱਚ ਜੀ। ਅਗੇਨ ਪੈਰਾਮੀਟਰਿਕ ਦਾ ਕੁਐਸਚਨ ਹੈ ਜੀ। ਸੋ dx/dt ਕਿਸ ਦੇ ਇਕੁਅਲ ਹੋ ਗਿਆ ਜੀ 4 ਦੇ ਇਕੁਅਲ ਹੋ ਗਿਆ ਜੀ। ਅਤੇ dv/dt ਕਿਸ ਦੇ ਇਕੁਅਲ ਹੋ ਗਿਆ ਜੀ, ਡੈਰੀਵੇਟਿਵ ਲਓ -4/t²। ਸੋ dv/dx ਕਿਸ ਦੇ ਇਕੁਅਲ ਹੋਣਾ ਚਾਹੀਦਾ ਜੀ, dv/dt ਦੈਟ ਇਜ਼ -4/t²। ਅਤੇ dx/dt ਸੀ ਕਿੰਨਾ ਹੋਣਾ ਚਾਹੀਦਾ ਸੀ 1/4। ਸੋ ਤੁਹਾਡਾ 4 ਕੈਂਸਲ ਹੋ ਗਿਆ ਜੀ -1/t²। ਸੋ ਯੂਰ ਆਨਸਰ ਇਜ਼ ਆਪਸ਼ਨ B। ਇੱਥੇ ਦੋਨੇ ਇਹ cos ਦਿੱਤੇ ਹੋਏ ਹੈ ਜੀ। ਸੋ dx/dθ ਵਿਲ ਬੀ ਇਕੁਅਲ ਟੂ -a sin θ and dv/dθ will be equal to -b sin θ। ਸੋ dv/dx ਕਿਸ ਦੇ ਇਕੁਅਲ ਹੋਣਾ ਸੀ ਜੀ, dv/dθ ਉੱਪਰ ਆ ਗਿਆ ਜੀ, ਅਤੇ dx/dθ -a sin θ ਆ ਗਿਆ ਜੀ। ਇਹ ਬਣ ਗਿਆ ਜੀ b/a। ਸੋ ਯੂਰ ਕਰੈਕਟ ਆਨਸਰ ਇਜ਼ ਦਿਸ ਵਨ। ਨੈਕਸਟ ਕੁਐਸਚਨ 'ਤੇ ਆਓ ਜੀ। ਫਿਰ ਉਹੀ ਜੀ dx/dθ ਕੀ ਹੋਣਾ ਸੀਗਾ ਜੀ। ਸੋ ਇਹ ਸੀਕੜ θ ਦਾ ਡੈਰੀਵੇਟਿਵ ਕਿੰਨਾ ਹੁੰਦਾ, ਉਹ ਸੀਕੜ θ tan θ ਹੁੰਦਾ ਜੀ। ਸੋ dv/dt ਦਾ ਡੈਰੀਵੇਟਿਵ ਕਿੰਨਾ ਹੋਣਾ ਸੀਗਾ ਜੀ, tan ਦਾ ਡੈਰੀਵੇਟਿਵ ਕਿੰਨਾ ਹੁੰਦਾ ਸੀਕੜ ਸਕੁਏਅਰ θ। ਹਾਂਜੀ ਇੱਥੇ ਮੈਂ t ਲਿਖ ਗਿਆ, θ ਲਿਖਣਾ ਸੀਗਾ ਜੀ ਕਿਉਂਕਿ ਉਹ ਫੰਕਸ਼ਨ θ ਦੇ ਹੈ ਜੀ dv/dθ। ਨਾਓ ਜੀ ਹੁਣ ਸਮ ਅਪ ਕਰ ਦਿਓ ਜੀ dv/dx। ਸੋ dv/dθ b ਸੀਕੜ ਸਕੁਏਅਰ θ ਡਿਵਾਈਡਡ ਬਾਈ a ਸੀਕੜ θ tan θ। ਸੋ ਇਹ ਕੀ ਬਣ ਗਿਆ ਜੀ, ਕੈਂਸਲ ਹੋ ਗਿਆ। ਇੱਕ ਉੱਪਰ ਸੀਕੜ θ ਰਹਿ ਗਿਆ ਜੀ, ਉਹ ਬਣ ਗਿਆ ਬਾਈ cos θ, ਤਾਂ ਨੀਚੇ tan θ ਸੀਗਾ ਜੀ। ਸੋ ਇਹ ਬਣ ਗਿਆ ਜੀ cos θ ਬਾਈ sin θ। cos ਨਾਲ cos ਕੈਂਸਲ ਹੋ ਗਿਆ ਸੀ, b/a ਸੀਕੜ θ ਸੀ। ਸੋ b/a ਸੀਕੜ θ ਤੁਹਾਡਾ ਆਨਸਰ ਆਉਣਾ ਚਾਹੀਦਾ। ਸੋ ਆ ਗਿਆ ਜੀ ਤੁਹਾਡਾ ਆਪਸ਼ਨ B ਸੀ। ਨੈਕਸਟ ਟੌਪਿਕ ਹੈ ਜੀ ਸੈਕੰਡ ਆਰਡਰ ਡੈਰੀਵੇਟਿਵ। ਸੈਕੰਡ ਆਰਡਰ ਡੈਰੀਵੇਟਿਵ ਦੇ ਵਿੱਚ ਕੀ ਹੁੰਦਾ ਵੀ ਸਪੋਜ਼ ਕਰੋ ਤੁਹਾਨੂੰ ਇੱਕ ਵਾਰੀ ਫੰਕਸ਼ਨ ਦਿੱਤਾ ਹੋਵੇ ਵੀ f(x), ਸੋ ਤੁਸੀਂ ਇਹਦਾ ਸਿੰਗਲ ਡੈਰੀਵੇਟਿਵ ਲਿਆ, ਫਿਰ ਉਸੇ ਦਾ ਹੀ ਤੁਸੀਂ ਡਬਲ ਡੈਰੀਵੇਟਿਵ ਲੈ ਲਿਆ। ਇਹਦੇ 'ਚ ਕੋਈ ਜ਼ਿਆਦਾ ਰੌਕਟ ਸਾਇੰਸ ਨਹੀਂ ਹੈਗੀ,
ਤੁਸੀਂ ਐਗਜ਼ਾਮਪਲਸ ਲੈ ਲਓ, ਮੰਨ ਲਓ y ਇਕੁਅਲ ਟੂ x ਰੇਜ਼ ਟੂ ਪਾਵਰ 20 ਹੈ। ਸੋ ਇਹਦਾ ਫਸਟ ਡੈਰੀਵੇਟਿਵ ਤੁਸੀਂ ਲਓਗੇ ਜਦੋਂ ਤਾਂ 20 x ਰੇਜ਼ ਟੂ ਪਾਵਰ 19, ਤਾਂ ਜੇ ਤੁਸੀਂ ਸੈਕੰਡ ਡੈਰੀਵੇਟਿਵ ਲਓਗੇ ਸੋ 20 ਇੰਟੂ 19 ਇੰਟੂ x ਰੇਜ਼ ਟੂ ਪਾਵਰ 18। ਸੋ ਤੁਹਾਡੇ ਕੋਲ ਆਨਸਰ ਆ ਗਿਆ ਦਿਸ ਵਨ। ਸੋ ਤੁਹਾਨੂੰ ਕੋਈ ਵੀ ਫੰਕਸ਼ਨ ਦੇ ਸਕਦਾ ਇੱਦਾਂ ਦੀ, ਸਪੋਜ਼ ਕਰੋ ਇੱਕ ਹੋਰ ਲੈ ਲਓ y ਇਕੁਅਲ ਟੂ ਕੁਛ ਵੀ ਲੈ ਲਓ, ਆ ਲੈ ਲਓ x ਪਲੱਸ 1/x। ਸੋ dv/dx, ਸੋ ਤੁਹਾਡਾ ਇਹ ਬਣ ਗਿਆ ਜੀ 1 ਮਾਈਨਸ x ਸਕੁਏਅਰ, ਯਾਨੀ ਕਿ 1 ਮਾਈਨਸ x ਰੇਜ਼ ਟੂ ਪਾਵਰ -2। ਡਬਲ ਡੈਰੀਵੇਟਿਵ ਲਓਗੇ ਤਾਂ 1 ਦਾ 0 ਹੋ ਗਿਆ ਜੀ, ਤਾਂ ਆ ਕਿੰਨਾ ਹੋ ਗਿਆ ਮਾਈਨਸ ਇੰਟੂ -2 x ਦੀ -3, ਮਤਲਬ 2/x³। ਸੋ ਇੱਦਾਂ ਦੇ ਕੁਐਸਚਨ ਕਰ ਹੋਣਗੇ ਜੀ, ਈਜ਼ੀ ਹੈ। ਸੋ ਐਕਸਰਸਾਈਜ਼ 5.7 ਦੇ ਵਿੱਚ ਕੁਝ ਦਿੱਤੇ ਹੋਏ ਆ ਕੁਐਸਚਨਸ ਇੱਦਾਂ ਦੇ ਜੀ, ਆਪਾਂ ਡਿਸਕਸ ਕਰਦੇ ਹਾਂ। ਸੋ ਇਹਦਾ ਫਸਟ ਡੈਰੀਵੇਟਿਵ ਲਾਉਂਗੇ ਤੁਸੀਂ ਜੀ dv/dx, ਉਹ ਤੁਹਾਡੇ ਕੋਲ ਆ ਗਿਆ ਜੀ 2x + 3। ਸੋ ਜੇ ਤਾਂ ਤੁਸੀਂ ਤਾਂ ਫਿਰ ਦੁਬਾਰਾ ਡੈਰੀਵੇਟਿਵ ਲਾਓਗੇ, ਰਿਪੀਟ ਕਰੋਗੇ, ਸੋ ਉਹ ਕਿੰਨਾ ਆ ਗਿਆ 2। ਸੋ ਇਹਦਾ ਆਨਸਰ ਹੈ ਜਿਹੜਾ ਜੀ ਥੋੜ੍ਹਾ ਸੈੱਟ ਕਰ ਲਓ, ਆ ਇੱਥੇ ਨਹੀਂ ਆਉਣਾ ਸੀਗਾ। ਸੋ ਇਹਦਾ ਆਨਸਰ ਜਿਹੜਾ ਆਉਣਾ ਸੀ 2 ਆਉਣਾ ਸੀ। ਸੋ ਕਈ ਵਾਰੀ ਕੁਐਸਚਨ ਲੈਂਥੀ ਵੀ ਹੋ ਸਕਦਾ। ਸੋ ਇੱਥੇ ਦੇਖੋ, ਜੇ ਤੁਸੀਂ ਦੇਖੋਗੇ ਸੋ ਤੁਹਾਨੂੰ ਦਿੱਤਾ ਹੋਇਆ ਜੀ fx x cos x। ਤੁਸੀਂ ਹੁਣ ਇਹਦਾ ਡੈਰੀਵੇਟਿਵ ਕੱਢਣਾ, ਤੁਸੀਂ f ਡੈਸ਼ x ਕੀਤਾ, ਇਹ u ਇੰਟੂ v ਲੱਗ ਗਿਆ ਜੀ, x ਬਾਰ ਮਾਈਨਸ sin x, ਉਸ ਤੋਂ ਬਾਅਦ cos x ਬਾਰ x ਦਾ ਡੈਰੀਵੇਟਿਵ 1। ਸੋ ਸਿੰਗਲ ਡੈਰੀਵੇਟਿਵ ਜੇਕਰ ਤੁਹਾਡੇ ਕੋਲੋਂ ਪੁੱਛਿਆ ਹੁੰਦਾ ਤਾਂ ਉਹ ਆਉਣਾ ਸੀ ਆਨਸਰ ਆਹ ਵਾਲਾ। ਸੋ ਆਪਸ਼ਨ ਏ ਹੋ ਜਾਣੀ ਸੀ, ਪਰ ਉਹਨੇ ਪੁੱਛਿਆ ਡਬਲ ਡੈਰੀਵੇਟਿਵ। ਸੋ ਡਬਲ ਡੈਰੀਵੇਟਿਵ ਹੋ ਜਾਏ ਸ਼ੁਰੂ ਜੀ, -x sin x ਦਾ ਕਿੰਨਾ ਹੋ ਗਿਆ cos x ਪਲੱਸ sin x ਬਾਰ ਮਾਈਨਸ ਦਾ ਕੀਤਾ ਇਹ -1, ਆਹ ਤੁਹਾਡੇ ਕੋਲੇ ਹੋ ਗਿਆ -sin x। ਸੋ ਇਹ ਹੋ ਗਿਆ ਤੁਹਾਡੇ ਕੋਲੇ -x cos x ਤੇ -2 sin x। ਸੋ ਤੁਹਾਡਾ ਆਨਸਰ ਕਿੰਨਾ ਆ ਗਿਆ ਜੀ -x cos x -2 sin x, ਆ ਪਿਆ ਜੀ ਤੁਹਾਡੀ ਆਪਸ਼ਨਾਂ ਦੇ ਵਿੱਚ ਜੀ। ਨੈਕਸਟ ਕੁਐਸਚਨ 'ਤੇ ਆਓ ਜੀ, log x ਜੀ ਆ ਜਾਓ ਜੀ, ਬਹੁਤ ਇੰਪੋਰਟੈਂਟ ਹੈ। log x ਤੁਸੀਂ ਇੱਕ ਸਿੰਗਲ ਡੈਰੀਵੇਟਿਵ ਲਿਆ, ਦੈਟ ਇਜ਼ 1/x, ਫਿਰ ਤੁਸੀਂ ਇਹਦਾ ਡਬਲ ਡੈਰੀਵੇਟਿਵ ਲਿਆ, ਇੱਥੋਂ ਹੀ ਲੈ ਲਓ ਜੀ ਡਬਲ ਡੈਰੀਵੇਟਿਵ, ਤਾਂ 1/x ਦਾ ਕਿੰਨਾ ਹੁੰਦਾ ਜੀ -1/x²। ਸੋ ਆਪਸ਼ਨ ਬੀ। ਨੈਕਸਟ ਕੁਐਸਚਨ ਬੜਾ ਮਜ਼ੇਦਾਰ ਹੈ ਜੀ, y ਕੀ ਹੈ ਤੁਹਾਡੇ ਕੋਲ x³ log x, ਸਿੰਗਲ ਡੈਰੀਵੇਟਿਵ ਲਿਆ ਜੀ x³ ਬਾਰ, log x ਦਾ ਡੈਰੀਵੇਟਿਵ ਹੁੰਦਾ 1/x ਪਲੱਸ log x ਬਾਰ, x³ ਦਾ ਡੈਰੀਵੇਟਿਵ ਕਿੰਨਾ ਹੋ ਗਿਆ 3x²। ਸੋ ਸਿੰਗਲ ਡੈਰੀਵੇਟਿਵ ਕੀ ਹੋ ਗਿਆ ਤੁਹਾਡੇ ਕੋਲ ਜੀ x² ਪਲੱਸ 3x² log x। ਹੁਣ ਫਿਰ ਇਹਦਾ ਅਗੇਨ ਡਬਲ ਡੈਰੀਵੇਟਿਵ ਲੈ ਲਓ ਜੀ, x² ਦਾ ਡੈਰੀਵੇਟਿਵ ਕਿੰਨਾ ਆ ਗਿਆ ਜੀ 2x, 3x² ਨੂੰ ਤੁਸੀਂ ਬਾਹਰ ਰੱਖੋ, log x ਦਾ ਡੈਰੀਵੇਟਿਵ ਕਿੰਨਾ ਆ ਗਿਆ 1/x, ਫਿਰ ਤੁਸੀਂ log x ਨੂੰ ਬਾਹਰ ਰੱਖੋ ਅਤੇ 3x² ਦਾ ਡੈਰੀਵੇਟਿਵ ਕਿੰਨਾ ਆ ਗਿਆ ਜੀ ਉਹ 6x। ਸੋ ਤੁਹਾਡੇ ਕੋਲ ਕੀ ਬਣ ਗਿਆ ਜੀ 2x ਪਲੱਸ ਆ ਤੇ ਆ ਕੈਂਸਲ ਹੋ ਗਏ। ਸੋ ਇਹ ਬਣ ਗਿਆ ਜੀ ਤੁਹਾਡੇ ਕੋਲ, ਜਸਟ ਮੂਮੈਂਟ ਜੀ, ਹਾਂਜੀ। ਸੋ ਆ ਤੁਹਾਡਾ ਰਹਿ ਗਿਆ ਜੀ x ਕੈਂਸਲ ਹੋ ਗਿਆ ਜੀ, ਇੱਥੇ ਹੋ ਗਿਆ 3x ਅਤੇ ਆਹ ਤੁਹਾਡੇ ਕੋਲ ਹੋ ਗਿਆ ਜੀ 6x log x। ਸੋ 5 ਹੋ ਗਿਆ, x ਬਾਹਰ ਕੱਢ ਲਓ ਜੀ। ਸੋ 5 + 6 log x, 5 + 6 log x ਕਿਹੜੀ ਆਪਸ਼ਨ ਹੈ ਜੀ ਫਸਟ ਹੀ ਹੈ ਜੀ। ਕੁਐਸਚਨ ਨੰਬਰ 12 tan inverse x ਜੀ। ਸੋ ਸਿੰਗਲ ਡੈਰੀਵੇਟਿਵ ਆ ਗਿਆ ਜੀ ਇਹਦਾ 1/1 + x² ਮੀਨਸ 1 + x² ਰੇਜ਼ ਟੂ ਪਾਵਰ -1। ਸੋ ਇਹਦਾ ਡਬਲ ਡੈਰੀਵੇਟਿਵ ਲਾਉਂਗੇ ਤਾਂ ਜੀ -1 ਅੱਗੇ ਆ ਗਿਆ,
1 प्लस एक्स स्केयर माइनस 1 तो माइनस 2 ਇਹਦਾ ਤੁਸੀਂ ਕੋਈ ਚੇਨ ਰੂਲ ਲਾਓਗੇ ਤਾਂ 2x सो योर आंसर इज माइनस 2x 1 प्लस एक्स स्केयर ਲੱਭੋ जी ऑप्शन ਕਿਹੜੀ है जी ऑफकोर्स पहली ऑप्शन सही है जी। हाँ जी नैक्सट क्वेश्चन इंपॉर्टेंट टाइप है जी ये डबल डेरीवेटिव ध्यान नाल देखियो एक पहला तुसी सिंगल डेरीवेटिव जो तुसी लाओगे तो वो बन गया जी थोड़ा 1 माइनस एक्स स्केयर सो तुसी इनू क्रॉस मल्टीप्लाई कर लो एक बार इदा सो इत्थे तुहाडे कोल वाई डैश इक्वल टू 1 हो गया तो डेरीवेटिव लो जी तुहाडे कोल हो गया इत्थे डबल डैश प्लस वाई डैश इदा यदा चेन रूल डेरीवेटिव करोगे जी तुसी 1/2 1 माइनस एक्स स्केयर तो यदा डेरीवेटिव को फर्दर लाओगे जी तो माइनस 2x तो 1 का डेरीवेटिव 0 सो एक ही हो गया जी 1 माइनस एक्स स्केयर वाई डबल डैश 2 नाल 2 कैंसल हो गया जी माइनस एक्स वाई डैश बाय 1 माइनस एक्स स्केयर जो तुसी इनू सिंपलीफाई करोगे मल्टीप्लाई करोगे 1 माइनस एक्स स्केयर नाल तो ये तुहाडे कोले बनना चाहिए डबल डैश माइनस एक्स वाई डैश इज इक्वल टू 0 सो एज पर ऑप्शनस तुहाडा जिहड़ा करैक्ट आंसर हैगा आ तो ऑप्शन वैसे ही निकल गई जी यह भी निकल गई इन्हों दोवां च चक्कर सीगा इत्थे माइनस इत्थे प्लस आ सो आ वाली ऑप्शन आ गई सी। इस तरह अगला क्वेश्चन आओ जी वाई इज इक्वल टू कई बार क्वेश्चन ना फिल करके कढ़ने पैंदे कई बार अपने आप ही बन जाते हैं सो सारी ऑप्शन के डबल डेरीवेटिव है पहला तो डबल डेरीवेटिव ही कढ़ांगे वाई इज इक्वल टू ही करांगे माइनस 5 साइन एक्स माइनस 3 कॉस एक्स सो देखो फाइनल आंसर दे विच ये किते भी नहीं हैगा सो डबल डेरीवेटिव लै लो एक बारी जी सो ये बन गया माइनस 5 साइन एक्स का डेरीवेटिव कॉस एक्स तो आ कितना हो गया जी माइनस माइनस प्लस 3 साइन एक्स माइनस कॉमन कर लो 5 कॉस एक्स माइनस 3 साइन एक्स तो ये सारी आ वैल्यू कि कोल है जी वाई दे सो एक ही हो गया जी वाई डबल डैश प्लस वाई इज इक्वल टू 0 सो थोड़ा आंसर किहड़ा हो गया जी फर्स्ट हो गया जी। सो नैक्सट क्वेश्चन ते आओ जी वाई इज इक्वल टू ए ई रेस टू पावर एम एक्स प्लस बी ई रेस टू पावर एन एक्स डेरीवेटिव करो जी पहला सो ए ई एम एक्स इत्थे एम आ गया जी सो बी ई रेस टू पावर एन एक्स इत्थे कितना आ गया जी एन आ गया सो तुसी इनू हुण कर सकते हो एलिमीनेट किहड़े मैथड नाल करोगे जी तुसी एक क्योंकि देखो साडा फाइनल आंसर जिहड़ी 4 ऑप्शन दित्तियां होईयां किसी दे विच भी कॉन्सटेंट ए तो बी नहीं हैगा एम एन है सो इनू आप 1 नंबर कह दें इनू आप कह दें 2 सो 2 दे विचों 1 नू सबट्रैक्ट कर दें एम नाल मल्टीप्लाई करके सो एक ही बन गया जी साढ़े कोल ये बन गया जी वाई डैश माइनस एम वाई सो आ तुहाडा कैंसल हो जाना जी आ वाली टर्म फस्ट वाली ए वाली तो तुहाडे कोल रह जाना बी ई एन एक्स माइनस एम बी ई दी पावर एन एक्स मतलब एम एन भी लग जाता सॉरी एक एन भी हैगा जस्ट ए मोमेंट तुहाडे कोल रह जाना जी पिछे आ वाली टर्म तो तुहाडी कैंसल होगी सो एन बी ई रेस टू पावर एन एक्स माइनस एम बी ई एन एक्स आ रह गया जी साढ़े कोल हुण तुसीं की करो ये बन गया एन बी सॉरी एन माइनस एम बी ई रेस टू पावर
NX ਆ ਰਹਿ ਗਿਆ ਸੀ ਸਾਡੇ ਕੋਲ। ਤੁਸੀਂ ਡਬਲ ਡੈਰੀਵੇਟਿਵ ਲੈ ਲਓ। ਹੁਣ ਇੱਥੇ ਡਬਲ ਡੈਰੀਵੇਟਿਵ ਹੋ ਗਿਆ -my ਸਿੰਗਲ ਡੈਰੀਵੇਟਿਵ ਹੋ ਗਿਆ। ਸੋ ਆ n -m b e NX ਉੱਦਾਂ ਹੀ ਰਹਿ ਗਿਆ ਅਤੇ ਇਹਦਾ ਡੈਰੀਵੇਟਿਵ ਲੈ ਇੱਥੇ ਇੱਕ n ਆ ਗਿਆ। ਹੁਣ ਤੁਸੀਂ ਨੋਟ ਕਰੋ ਇਹ ਸਾਰੇ ਦੀ ਵੈਲਿਊ ਅਸੀਂ ਪਿਛਲੇ ਸਟੈਪ ਤੋਂ ਲੈਣ ਲੱਗੇ ਹਾਂ। ਇੱਥੇ ਕਿੰਨੀ ਹੋ ਗਈ ਜੀ ਇਹ y ਡੈਸ਼ -my ਤੇ ਨਾਲ ਇਹਦੇ ਕੀ ਆ ਗਿਆ n। ਸੋ ਕੀ ਹੋ ਗਿਆ ਜੀ ਇਹ ny ਡੈਸ਼ -mny ਇੱਕ ਸਾਈਡ ਤੇ ਲੈ ਜਾਓ ਜੀ ਇਹਨੂੰ ਡਬਲ ਡੈਸ਼। ਸੋ -m + n y ਡੈਸ਼ ਪਲੱਸ mny = 0। ਸੋ ਦੇਖੋ ਜੀ ਕਿਹੜੀ ਆਪਸ਼ਨ ਆ ਗਈ ਜੀ ਇਹ +mni ਸੀ, ਆ ਨਿਕਲ ਗਈ ਜੀ। ਸੋ m + n ਚਾਹੀਦਾ ਸੀ ਮੈਨੂੰ, ਆ ਆਪਸ਼ਨ ਵੀ ਗਈ। ਇੱਥੇ ਮਾਈਨਸ ਸੀ ਤਾਂ ਆ ਆਪਸ਼ਨ ਵੀ ਗਈ, ਇੱਕ ਮਾਈਨਸ ਪਲੱਸ। ਸੋ ਫਸਟ ਆਪਸ਼ਨ ਹੀ ਸਰਵਾਈਵ ਕੀਤੀ ਜੀ। ਚਲੋ ਜੀ ਨੈਕਸਟ ਕੁਐਸਚਨ 'ਤੇ ਆਓ। ਬੜਾ ਇੰਟਰਸਟਿੰਗ ਕੁਐਸਚਨ ਆ, ਐਗਜ਼ਾਮ ਤੋਂ ਪੁੱਛ ਲੈਂਦਾ ਕਈ ਵਾਰੀ। ਸੋ ਇਹਦੇ ਵਿੱਚ ਕੀ ਹੈ ਜੀ, ਧਿਆਨ ਨਾਲ ਦਿਓ। ਜਦੋਂ ਤੁਹਾਨੂੰ ਇੱਦਾਂ ਦੇ ਕੁਐਸਚਨ ਦਿੱਤੇ ਹੋਣ 3fx - 2f1/x = x, ਕਾਲ ਇਟ ਨੰਬਰ 1। ਤੁਸੀਂ ਨਾ ਜੀ ਇਹਨੂੰ x ਨੂੰ ਰਿਪਲੇਸ ਕਰ ਦਿਓ 1/x ਨਾਲ। ਸੋ ਇਹ ਕਿੰਨਾ ਹੋ ਗਿਆ ਜੀ 3f1/x, ਆ ਹੋ ਗਿਆ ਜੀ 2fx, ਆ ਹੋ ਗਿਆ ਜੀ 1/x ਐਂਡ ਕਾਲ ਇਟ ਨੰਬਰ 2। ਹੁਣ ਤੁਸੀਂ ਨੋਟ ਕਰੋ ਵੀ ਮੇਰੇ ਲਈ ਨਾ ਆਹ ਟਰਮ ਫਾਲਤੂ ਹੈ, ਮੈਨੂੰ ਨਹੀਂ ਚਾਹੀਦੀ। ਸੋ ਇਹਨੂੰ ਮੈਂ ਐਲੀਮੀਨੇਟ ਕਰੂੰਗਾ ਜੀ, ਜਿਵੇਂ ਆਪਾਂ 10th ਵਿੱਚ ਕਰਦੇ ਸੀ। ਸੋ ਇੱਕ ਦਾ ਕੋਐਫੀਸ਼ੀਐਂਟ 2, ਇੱਕ ਦਾ 3 ਹੈ, ਦੋਨੇ ਇਕੁਅਲ ਕਰਨੇ ਪੈਣਗੇ। ਸੋ ਉੱਪਰਲੇ ਨੂੰ 3 ਨਾਲ ਕਰ ਦਿੰਦੇ ਹਾਂ। ਸੋ ਇਹਨੂੰ ਤੁਸੀਂ ਮਲਟੀਪਲਾਈ ਕਰ ਦਿਓ, ਮੈਂ ਇੱਥੇ ਇਹਨੂੰ 3 ਨਾਲ ਕਰ ਦਿਓ, ਇਹਨੂੰ ਤੁਸੀਂ 2 ਨਾਲ ਕਰ ਦਿਓ। ਤੁਸੀਂ ਇਹਨੂੰ ਉੱਪਰਲੇ ਨੂੰ 3 ਕੀਤਾ ਅਤੇ ਬਣ ਗਿਆ -6f1/x + 9fx। ਸੋ ਆ ਕਿੰਨਾ ਹੋ ਗਿਆ 3x, ਨੀਚੇ 2 ਕੀਤਾ ਸੀਗਾ 6f1/x ਐਂਡ -4fx = 2/x। ਹੁਣ ਤੁਸੀਂ ਦੇਖੋ ਆ ਤਾਂ ਕੈਂਸਲ ਹੋ ਗਿਆ। ਸੋ ਇਹ ਕਿੰਨਾ ਬਣ ਗਿਆ ਜੀ 5fx। ਸੋ ਇਹ ਕਿੰਨਾ ਹੋ ਗਿਆ 3x + 2/x। ਹੁਣ ਜੀ ਅਸੀਂ ਡੈਰੀਵੇਟਿਵ ਕੱਢ ਲਓ ਜੀ। 5 ਸਿੰਗਲ ਡੈਰੀਵੇਟਿਵ ਕੱਢਿਆ। ਸੋ ਇਹ ਬਣ ਗਿਆ ਜੀ ਸਾਡੇ ਕੋਲ 3 - 2/x²। ਪਰ ਸਾਨੂੰ ਤਾਂ ਡਬਲ ਡੈਰੀਵੇਟਿਵ ਪੁੱਛਿਆ ਗਿਆ ਜੀ, ਫਿਰ ਕੱਢ ਲਓ ਇੱਕ ਵਾਰੀ। ਡਬਲ ਡੈਰੀਵੇਟਿਵ ਕੀਤਾ 3 ਦਾ ਤਾਂ 0 ਹੋ ਗਿਆ। ਸੋ 4/x³ ਹੋ ਗਿਆ ਸੀ। ਸੋ ਮੇਰਾ ਫਾਈਨਲ ਆਨਸਰ ਕੀ ਆ ਗਿਆ ਇੱਥੋਂ ਜੋ ਤੁਸੀਂ ਲੈ ਕੇ ਜਾਓਗੇ, ਡਬਲ ਡੈਰੀਵੇਟਿਵ ਜਿਹੜਾ ਹੈ ਗਿਆ ਜੀ 4/5x³। ਸੋ 4/5x³ ਤੁਹਾਡੀ ਆਪਸ਼ਨ A ਆ ਗਈ ਸੀ। ਨੈਕਸਟ ਆ ਗਈ ਜੀ ਮੀਨ ਵੈਲਿਊ ਥਿਓਰਮ। ਮੀਨ ਵੈਲਿਊ ਥਿਓਰਮ ਦੇ ਵਿੱਚ ਅਸੀਂ 2 ਥਿਓਰਮਸ ਨੂੰ ਡਿਸਕਸ ਕਰਾਂਗੇ। ਸੋ ਪਹਿਲੀ ਥਿਓਰਮ ਹੈ ਜੀ ਮੀਨ ਰੋਲਸ ਥਿਓਰਮ, ਵਟ ਗੋਜ਼ ਅਪ ਮਸਟ ਕਮ ਡਾਊਨ ਥਿਓਰਮ। ਇਹਦਾ ਇੱਕ ਇਹ ਅਲਟਰਨੇਟਿਵ ਨਾਮ ਵੀ ਹੈਗਾ ਜੀ। ਤਾਂ ਦੇਖੋ ਜੀ ਥਿਓਰਮ ਦਾ ਮਤਲਬ ਯੂਨੀਵਰਸਲ ਟਰੁੱਥ, ਕੁਝ ਇਹਦੀਆਂ ਪ੍ਰੀ ਰਿਕੁਆਇਰਮੈਂਟਸ ਆ, ਦੈਨ ਉਸ ਤੋਂ ਬਾਅਦ ਉਹਦੀ ਫਾਈਨਲ ਕਨਕਲੂਜਨ ਹੈ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਫੰਕਸ਼ਨ ਦਿੱਤਾ ਹੋਇਆ ਕਲੋਜ਼ਡ ਇੰਟਰਵਲ AB 'ਤੇ। ਸੋ ਨਾਲ ਕਰੀ ਜਾਵਾਂਗੇ ਆਪਾਂ। ਸੋ ਇੱਕ ਫੰਕਸ਼ਨ ਕਲੋਜ਼ਡ ਇੰਟਰਵਲ AB 'ਤੇ ਦਿੱਤਾ ਹੋਇਆ। ਸੋ ਜਸਟ ਅ ਮੋਮੈਂਟ, x = A, x = B। ਸੋ ਪਹਿਲੀ ਕੰਡੀਸ਼ਨ ਤਾਂ ਇਹ ਕਹਿੰਦੀ ਹੈ ਵੀ ਫੰਕਸ਼ਨ ਇਜ਼ ਕੰਟੀਨਿਊਸ। ਵਾਟ ਇਟ ਮੀਨ, ਗ੍ਰਾਫ ਕਿਤੇ ਵੀ ਟੁੱਟਿਆ ਨਹੀਂ, ਕੋਈ ਉਹਦੇ 'ਚ ਬ੍ਰੇਕੇਜ ਨਹੀਂ ਹੈਗੀ। ਐਫ ਇਜ਼ ਡਰਾਈਵੇਬਲ ਐਨ ਓਪਨ ਇੰਟਰਵਲ AB ਮੀਨਸ ਇਹਦੇ ਹਰੇਕ ਪੁਆਇੰਟ ਦੇ ਉੱਤੇ ਟੈਂਜੈਂਟ ਐਗਜ਼ਿਸਟ ਕਰਦਾ। ਅਤੇ ਤੀਸਰੀ ਗੱਲ ਹੈ ਜੀ ਉਹਦੀ ਜਿਹੜੀ ਐਂਡ ਪੁਆਇੰਟ 'ਤੇ ਵੈਲਿਊ ਜਿਹੜੀ ਸੇਮ ਹੈ। ਆਹ ਐਂਡ ਪੁਆਇੰਟ F = FB। ਸੋ ਆਹ ਪੁਆਇੰਟ ਆ ਗਿਆ ਜੀ, ਆ ਗਿਆ। ਸੋ ਹੁਣ ਰੋਲਸ ਕੀ ਕਹਿੰਦਾ, ਤਾਂ ਉਹ ਕਹਿੰਦਾ ਵੀ ਤੁਹਾਡਾ ਇੱਕ ਇੱਦਾਂ ਦਾ ਪੁਆਇੰਟ, ਦੇਖੋ ਜੀ ਥੋੜ੍ਹਾ ਧਿਆਨ ਨਾਲ ਦੇਖੋਗੇ ਤੁਸੀਂ ਪੁੱਤਰ,
ਤਾਂ ਐਪਲੀਕੇਸ਼ਨ ਡੈਰੀਵੇਟਿਵ ਵਿੱਚ ਆਪਾਂ ਨੈਕਸਟ ਡਿਸਕਸ ਕਰਾਂਗੇ। ਇੱਥੋਂ ਦੇਖੋਗੇ ਤੁਸੀਂ ਇਹ ਫੰਕਸ਼ਨ ਇਨਕਰੀਜ਼ਿੰਗ ਹੈ, ਇੱਥੇ ਆ ਕੇ ਫੰਕਸ਼ਨ ਡਿਕਰੀਜ਼ਿੰਗ ਹੋ ਗਿਆ। ਤਾਂ ਰੋਲਸ ਦੀ ਜਿਹੜੀ ਥਿਓਰਮ ਉਹ ਕੀ ਕਹਿੰਦੀ ਹੈ ਵੀ ਇੱਕ ਪੁਆਇੰਟ ਐਗਜ਼ਿਸਟ ਕਰੂਗਾ x = c ਜਿੱਥੇ ਇਹਦਾ ਡੈਰੀਵੇਟਿਵ ਆ ਜਿਹੜਾ 0 ਹੋਊਗਾ। ਡੈਰੀਵੇਟਿਵ 0 ਹੋਣ ਦਾ ਮਤਲਬ ਕੀ ਹੈ ਵੀ ਸਲੋਪ 0 ਆ। ਮਤਲਬ ਜਿਹੜਾ ਇੱਕ ਪੁਆਇੰਟ ਐਗਜ਼ਿਸਟ ਕਰੂਗਾ ਜਿੱਥੇ ਜਿਹੜਾ ਤੁਹਾਡਾ ਟੇਂਜੈਂਟ ਹੈ ਦੈਟ ਵਿਲ ਬੀ ਪੈਰਲਲ ਟੂ ਦਾ x ਐਕਸਿਸ। ਸੋ ਰੋਲ ਥਿਓਰਮ ਇੰਨੀ ਹੈ। ਜਮੈਟਰੀਕਲੀ ਕੀ ਰੋਲ ਥਿਓਰਮ ਕਹਿੰਦੀ ਹੈ ਵੀ ਇੱਕ ਪੁਆਇੰਟ ਐਗਜ਼ਿਸਟ ਕਰੂਗਾ ਜਿੱਥੇ ਟੇਂਜੈਂਟ ਆ ਉਸ ਫੰਕਸ਼ਨ ਦੇ ਗ੍ਰਾਫ ਜਿਹੜੀ ਦੀ ਕਰਵ ਲਈ ਹੋਈ ਆ ਉਹ ਪੈਰਲਲ ਹੋਊਗਾ x ਐਕਸਿਸ ਤੇ। ਸੋ ਤਿੰਨੇ ਕੰਡੀਸ਼ਨਸ ਸੈਟੀਸਫਾਈ ਹੋਣਗੀਆਂ ਤਾਂ ਹੀ ਰੋਲ ਥਿਓਰਮ ਲੱਗੂਗੀ। ਸੋ ਇੱਕ ਹੈ ਇਹਦੇ ਬਾਰੇ ਖਾਸ ਗੱਲ ਹੈ ਵੀ ਇਹ ਲੈਗਰਾਂਜਸ ਥਿਓਰਮ ਦਾ ਸਪੈਸ਼ਲ ਕੇਸ ਹੈ। ਰੋਲ ਥਿਓਰਮ ਇਜ਼ ਅ ਸਪੈਸ਼ਲ ਕੇਸ ਆਫ ਲੈਗਰਾਂਜਸ ਥਿਓਰਮ। ਇਹਦੇ ਬਾਰੇ ਇੱਕ ਹੋਰ ਰਿਜ਼ਲਟ ਹੈਗਾ ਵੀ ਇਫ ਏ ਫੰਕਸ਼ਨ f(x) satisfy the conditions of Rolle's theorem then f(x) has at least one real root in the interval a b। ਰੂਟ ਤੋਂ ਹੀ ਹੁੰਦਾ ਜਿਹੜਾ ਸੈਟਿਸਫਾਈ ਕਰਦਾ। ਤਾਂ f(x) ਦਾ ਵੇਖੋ c ਹੈ ਜਿਹੜਾ ਰੂਟ ਹੀ ਉਹਨੂੰ ਸੈਟਿਸਫਾਈ ਕਰਦਾ ਪਿਆ। ਸੋ ਇਹਨੂੰ ਇਸ ਤਰ੍ਹਾਂ ਨਾਲ ਵੀ ਦੇਖ ਲੈਂਦੇ ਆ। ਸੋ ਨੈਕਸਟ ਹੈ ਜੀ ਲੈਗਰਾਂਜਸ ਮੀਨ। ਇਹ 'ਚ ਇੱਕ ਕੰਡੀਸ਼ਨ ਡਰੋਪ ਕਰ ਦਿੱਤੀ ਹੈ ਇਹ ਵੀ ਐਂਡ ਪੁਆਇੰਟ ਵਾਲੀ ਵੈਲਿਊ ਤੇ ਹੈ। ਸੋ ਇੱਕ ਪੁਆਇੰਟ ਇੱਦਾਂ ਦਾ ਐਗਜ਼ਿਸਟ ਕਰਦਾ ਅਗਰ ਦੋ ਕੰਡੀਸ਼ਨਸ ਸੈਟਿਸਫਾਈ ਹੁੰਦੀਆਂ ਐਵੇਂ ਹੈ। ਜੇ ਤੁਸੀਂ ਇਹਨੂੰ ਜਮੈਟਰੀਕਲੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਦਾਂ ਦੇਖ ਸਕਦੇ ਹੋ ਵੀ ਸਪੋਜ਼ ਕਰੋ ਵੀ ਤੁਹਾਡੀ ਇੱਦਾਂ ਦੀ ਹੈਗੀ ਆ। ਆਹ ਤੁਹਾਡਾ A ਪੁਆਇੰਟ ਹੈ, ਆਹ ਤੁਹਾਡਾ ਸਪੋਜ਼ ਕਰੋ B ਪੁਆਇੰਟ ਹੈ। ਸੋ ਆਹ ਜਿਹੜਾ ਇੱਥੇ ਮੈਂ ਕਹਿ ਦਿੰਦਾ ਵੀ ਇੱਕ P ਪੁਆਇੰਟ ਹੋ ਗਿਆ, ਆਹ ਪੁਆਇੰਟ ਹੈ ਜਿਹੜਾ Q ਹੋ ਗਿਆ। ਠੀਕ ਹੈ ਜੀ। ਸੋ P ਕੀ ਸੀ ਤੁਹਾਡੇ ਕੋਲ A ਐਂਡ FA ਐਂਡ Q ਕੀ ਸੀ ਤੁਹਾਡੇ ਕੋਲ B ਐਂਡ FB। ਸੋ ਜੇ ਤੁਸੀਂ P ਅਤੇ Q ਨੂੰ ਮਿਲਾ ਦੋਗੇ ਤਾਂ ਤੁਹਾਡੇ ਕੋਲ ਜਿਹੜੀ ਸਲੋਪ ਆਫ PQ ਕਿੰਨੀ ਹੋਊਗੀ। ਸੋ ਉਹ ਹੋਊਗੀ ਜੀ FB ਮਾਈਨਸ FA ਓਵਰ B ਮਾਈਨਸ A। ਸੋ ਲੈਗਰਾਂਜਸ ਥਿਓਰਮ ਕੀ ਕਹਿੰਦੀ ਹੈ ਵੀ ਇੱਕ ਪੁਆਇੰਟ ਇੱਦਾਂ ਦਾ ਐਗਜ਼ਿਸਟ ਕਰੂਗਾ A ਅਤੇ B ਦੇ ਵਿਚਕਾਰ। ਹੋ ਸਕਦਾ ਮੇਰੀ ਡਰਾਇੰਗ ਥੋੜ੍ਹੀ ਜਿਹੀ ਗਲਤ ਹੋ ਜਾਏ। ਇੱਦਾਂ ਤਾਂ ਜਿਹੜਾ ਆ ਤੁਹਾਡਾ PQ ਹੈ ਨਾ ਇਹਦੇ ਪੈਰਲਲ ਇੱਕ ਉਸ ਪੁਆਇੰਟ 'ਤੇ ਟੇਂਜੈਂਟ ਹੋਊਗਾ। ਮੰਨ ਲਓ ਆ ਹੋ ਗਿਆ C। ਸੋ ਇਹਦੀ ਸਲੋਪ ਕਿੰਨੀ ਸੀ F' ਸੀ। ਇਹਦੀ ਸਲੋਪ ਕਿੰਨੀ ਸੀ ਹੁਣੇ ਆਪਾਂ ਕੱਢ ਕੇ ਹਟੇ ਆ ਵਾਲੀ FB ਮਾਈਨਸ FA ਓਵਰ B ਮਾਈਨਸ A। ਰੋਲਸ ਕਹਿੰਦਾ ਲੈਗਰਾਂਜਸ ਕਹਿੰਦਾ ਵੀ ਇੱਕ ਪੁਆਇੰਟ ਐਗਜ਼ਿਸਟ ਕਰੂਗਾ C ਜਿੱਥੇ ਟੇਂਜੈਂਟ ਦੀ ਸਲੋਪ ਇਹ PQ ਦੀ ਸਲੋਪ ਦੇ ਇਕੁਅਲ ਹੋਊਗੀ। ਇਹ ਇਹਦਾ ਜਮੈਟਰੀਕਲ ਮੀਨਿੰਗ ਹੈ। ਸੋ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਣੇ ਆ ਰੋਲਸ ਦੇ ਜਾਂ ਅਤੇ ਲੈਗਰਾਂਜਸ ਦੇ ਦੋ ਤਰ੍ਹਾਂ ਨਾਲ ਮਿਲ ਸਕਦੇ ਆ। ਇੱਕ ਤਾਂ ਉਹ ਤੁਹਾਨੂੰ ਜਸਟ ਥਿਓਰਮ ਦੀ ਸਟੇਟਮੈਂਟ ਦੇ ਕੇ ਇਹਦਾ ਨਾਮ ਪੁੱਛ ਲੂਗਾ ਜਾਂ ਨਾਮ ਦੇ ਕੇ ਸਟੇਟਮੈਂਟ ਪੁੱਛ ਲੂਗਾ। ਇਸ ਤੋਂ ਬਿਨਾਂ ਜਾਂ ਇਹਦੇ ਵਿੱਚ ਆ ਜਿਹੜਾ ਪੁਆਇੰਟ ਅਸੀਂ ਲੱਭ ਰਹੇ ਹਾਂ C ਚਾਹੇ ਉਹ ਰੋਲਸ ਆ ਚਾਹੇ ਲੈਗਰਾਂਜਸ ਇਹਦੇ ਨਾਲ ਰਿਲੇਟਡ ਕੁਐਸਚਨਸ ਆ ਜਾਣਗੇ। ਤਾਂ ਦੇਖੋ ਇੱਥੇ ਦਿੱਤਾ ਹੋਇਆ ਸਾਨੂੰ -2 ਅਤੇ 6। ਪਹਿਲਾਂ ਤਾਂ ਤੁਸੀਂ ਦੇਖੋ ਵੀ ਉਹਦੀਆਂ ਤਿੰਨ ਕੰਡੀਸ਼ਨ ਸੀਗੀਆਂ। ਕੰਟੀਨਿਊਟੀ ਔਨ ਕਲੋਜ਼ਡ ਇੰਟਰਵਲ, ਡਰਾਈਵੇਬਿਲਿਟੀ ਹੈ ਔਨ ਓਪਨ ਇੰਟਰਵਲ ਅਤੇ ਤੀਸਰਾ ਹੈ ਉਹਦੀ ਐਂਡ ਪੁਆਇੰਟ 'ਤੇ ਵੈਲਿਊ ਹੈ ਜਿਹੜੀ ਫੰਕਸ਼ਨ ਦੀ ਉਹ ਸੇਮ ਹੋਣੀ ਚਾਹੀਦੀ ਹੈ। ਤਾਂ ਇੱਥੋਂ ਕਲੀਅਰ ਹੀ ਹੈ ਜੀ। -2 ਵੀ ਇਹਨੂੰ 0 ਕਰੂਗਾ, F-2 ਵੀ 0 ਆ ਅਤੇ F6 ਹੈ ਜਿਹੜਾ ਉਹ ਵੀ 0 ਆ। ਸੋ ਤੀਸਰੀ ਕੰਡੀਸ਼ਨ ਤਾਂ ਹੋ ਗਈ ਸੈਟਿਸਫਾਈ। ਸੋ ਬਾਕੀ ਕੀ ਜੇ ਉਹਨੂੰ ਤੁਸੀਂ ਸੋਲਵ ਕਰਦੇ ਹੋ ਤਾਂ ਇਹ ਬਣ ਜਾਂਦਾ ਜੀ (x² -6x + 2x -12 ਮਤਲਬ (x² -4x -12। ਸੋ ਇੱਕ ਪੋਲੀਨੋਮੀਅਲ ਬਣ ਗਈ ਜੀ ਕੁਆਡਰੇਟਿਕ ਇਕੁਏਸ਼ਨ। ਕੁਆਡਰੇਟਿਕ ਪੋਲੀਨੋਮੀਅਲ ਹੈ ਆਫ ਡਿਗਰੀ 2। ਸੋ ਬੀਇੰਗ ਏ ਪੋਲੀਨੋਮੀਅਲ ਇਹ ਕੰਟੀਨਿਊਸ ਵੀ ਹੈ ਅਤੇ ਡਰਾਈਵੇਬਲ ਵੀ ਹੈ। ਸੋ ਤਿੰਨੇ ਕੰਡੀਸ਼ਨਸ ਹੀ ਸੈਟਿਸਫਾਈ ਹੋ ਗਈਆਂ। ਅਤੇ ਜੇ ਤਿੰਨੇ ਕੰਡੀਸ਼ਨ ਸੈਟਿਸਫਾਈ ਹੋ ਗਈਆਂ ਤਾਂ ਰੋਲ ਥਿਓਰਮ ਕੀ ਕਹਿੰਦੀ ਹੈ ਇਹਦਾ ਡੈਰੀਵੇਟਿਵ ਕੱਢ ਲਓ ਜੀ F'(x). ਸੋ ਉਹ ਕਿੰਨਾ ਹੋ ਗਿਆ ਜੀ ਫਿਰ 2x -4 ਹੋ ਗਿਆ। ਤਾਂ ਰੋਲ ਥਿਓਰਮ ਕੀ ਕਹਿੰਦੀ ਹੈ ਵੀ ਇੱਕ ਫਿਰ C ਐਗਜ਼ਿਸਟ ਕਰੂਗਾ -2 ਐਂਡ 6 ਦੇ ਵਿੱਚ ਸੱਚ ਦੈਟ ਜਿੱਥੇ ਉਹਦਾ ਡੈਰੀਵੇਟਿਵ ਕੀ ਹੋਣਾ ਚਾਹੀਦਾ 0 ਮੀਨਸ 2C -4 = 0। ਸੋ C ਦੀ ਵੈਲਿਊ ਕਿੰਨੀ ਆ ਗਈ 2 ਆ ਗਈ। ਸੋ ਆਂਸਰ ਕਿੰਨਾ ਆ ਗਿਆ ਜੀ ਫਸਟ ਆ ਗਿਆ ਸੀ। ਨੈਕਸਟ ਕੁਐਸਚਨ ਚਾਹੋ ਜੀ ਉਹੀ ਸਾਰੀਆਂ ਗੱਲਾਂ ਫੇਰ ਆ। ਬੀਇੰਗ ਏ ਪੋਲੀਨੋਮੀਅਲ ਇੱਥੇ ਤੁਸੀਂ ਰਿਟਨ 'ਚ ਤਾਂ ਕਰਨਾ ਨਹੀਂ MCQ ਕਰਨਾ ਤਾਂ ਚੁੱਪ ਕਰਕੇ ਇਹਦਾ ਡੈਰੀਵੇਟਿਵ ਕੱਢੋ ਪਹਿਲਾਂ। ਸੋ ਤੁਸੀਂ 2x + 2 ਆ ਗਿਆ ਅਤੇ ਇਹ 'ਚ C ਦੀ ਵੈਲਿਊ ਫਿਲ ਕਰਕੇ ਇਹਨੂੰ 0 ਦੇ ਇਕੁਅਲ ਕਰ ਦਿਓ। C ਦੀ ਵੈਲਿਊ -1 ਆ ਗਈ। ਸੋ ਆਹ ਤੁਹਾਡਾ ਆਂਸਰ ਆ ਗਿਆ ਜੀ। ਸੋ ਹੁਣ ਇਹਦੇ ਨੈਕਸਟ ਕੁਐਸਚਨ ਦੇ ਵਿੱਚ ਲੈਗਰਾਂਜਸ ਥਿਓਰਮ ਹੈ ਜੀ। ਸੋ ਇਹਦੇ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਕੱਢੋ FB
ਮੀਨਸ F4 ਕੱਢੋ ਜੀ। F4 ਕੱਢਿਆ ਤਾਂ 4 × 4 - 3 1, 4 × 1 4 ਆ ਗਿਆ। ਫਿਰ ਤੁਸੀਂ F2 ਕੱਢੋ ਜੀ। ਸੋ 2 × 2 - 3, ਸੋ 2 × -1 ਆ ਗਿਆ ਜੀ। ਸੋ ਇਹ ਕਿੰਨਾ ਹੋਗਾ ਤੁਹਾਡੇ ਕੋਲ -2। ਤੋ ਇਹਦਾ ਜਿਹੜਾ f(x)c ਬੇਸਿਕਲੀ x² - 3xc ਤੇ ਇਹਦਾ ਡੈਰੀਵੇਟਿਵ ਕਿੰਨਾ ਆ ਗਿਆ ਸੀ ਜੀ, ਉਹ ਆ ਗਿਆ ਸੀਗਾ ਜੀ f(x) = 2x - 3। ਸੋ ਰੋਲ ਥਿਓਰਮ ਕੀ ਕਹਿੰਦੀ ਹੈ ਜੀ, ਇਹਦਾ ਡੈਰੀਵੇਟਿਵ ਮੀਨਸ 2c - 3 = fb4 - fa b ਆ ਹੋ ਗਿਆ ਜੀ b - a। ਸੋ ਆ ਕਿੰਨਾ ਹੋ ਗਿਆ ਜੀ 6 ਆ 2 ਆ ਕਿੰਨਾ ਹੋ ਗਿਆ ਜੀ 3। ਸੋ 2c = 6 ਤੇ c ਦੀ ਵੈਲਿਊ ਕਿੰਨੀ ਆ ਗਈ ਜੀ 3 ਆ ਗਈ ਮੇਰੇ ਅਕੋਰਡਿੰਗ ਦੀ ਜੀ। ਕਾਲੀ ਕਾਲੀ ਕੈਲਕੂਲੇਸ਼ਨਸ ਕਈ ਵਾਰੀ ਅੱਗੇ ਪਿੱਛੇ ਵੀ ਹੋ ਸਕਦੀਆਂ, ਦੁਬਾਰਾ ਚੈੱਕ ਕਰ ਲਿਓ ਜੀ। ਸੋ ਲੈਗਰਾਂਜਸ ਮੀਨ ਵੈਲਿਊ ਥਿਓਰਮ ਫਿਰ ਅੱਗੇ ਫਿਰ ਆ ਗਿਆ ਜੀ। ਸੋ ਪਹਿਲਾਂ ਤਾਂ ਤੁਸੀਂ ਇਹਦਾ F4 ਕੱਢੋ ਜੀ। ਸੋ FB ਮੀਨਸ 4 × 4 - 3 16 - 60 -3 ਰਹਿ ਗਿਆ ਜੀ। ਉਸ ਤੋਂ ਬਾਅਦ FA ਕੱਢੋ, ਮਤਲਬ F1 ਕੱਢੋ। 1² - 4 × 1 - 3, ਸੋ ਇਹ ਕਿੰਨਾ ਹੋ ਗਿਆ ਜੀ 1 - 7 -4 ਤੇ -3 -7 ਹੋਣਾ ਸੀ। ਸੋ ਇਹ ਕਿੰਨਾ ਹੋ ਗਿਆ ਜੀ -6 ਹੋ ਗਿਆ ਜੀ। ਸੋ ਉਹਦਾ ਡੈਰੀਵੇਟਿਵ ਵੀ ਨਾਲ ਦੀ ਨਾਲ ਲੈ ਲਓ ਜੀ। ਉਹ ਕਿੰਨਾ ਹੋ ਗਿਆ ਜੀ 2x - 4। ਸੋ ਲੈਗਰਾਂਜਸ ਥਿਓਰਮ ਕੀ ਕਹਿੰਦੀ ਹੈ ਜੀ, ਉਹੀ ਤੁਹਾਡੇ ਕੋਲ ਰਿਜ਼ਲਟ ਹੈ ਜੀ f'(c) = fb - fa/b - a। ਸੋ f'(c) ਦਾ ਮਤਲਬ ਕੀ ਹੈ 2c - 4। ਸੋ ਇਹਦੀ ਵੈਲਿਊ ਫਿਲ ਕਰ ਦਿਓ ਜੀ -3 + 6, ਸੋ 4 - 1। ਸੋ ਆ ਕਿੰਨਾ ਹੋ ਗਿਆ ਜੀ ਤੁਹਾਡੇ ਕੋਲ 3/3 1 ਹੋ ਗਿਆ। ਸੋ 2c ਕਿੰਨਾ ਹੋ ਗਿਆ ਜੀ 5 ਤੇ c ਦੀ ਵੈਲਿਊ ਤੁਹਾਡੇ ਕੋਲ ਆ ਗਈ ਜੀ 5/2। ਸੋ ਆ ਤੁਹਾਡਾ ਆਨਸਰ ਹੋ ਗਿਆ ਸੀ। ਸੋ ਇਹਦੇ ਨਾਲ ਹੀ ਬੇਟਾ ਇਹ ਆਪਣਾ ਇਹ ਚੈਪਟਰ ਹੈ ਜਿਹੜਾ ਖਤਮ ਹੋ ਗਿਆ। ਸੋ ਨੈਕਸਟ ਲੈਕਚਰ ਦੇ ਵਿੱਚ ਅਸੀਂ ਆਪਣਾ ਐਪਲੀਕੇਸ਼ਨ ਆਫ ਡੈਰੀਵੇਟਿਵਸ ਨੂੰ ਡਿਸਕਸ ਕਰਾਂਗੇ। ਥੈਂਕ ਯੂ ਬੇਟਾ, ਥੈਂਕਸ ਫॉर ਵਾਚਿੰਗ।